ਸਤਿ ਸ਼੍ਰੀ ਅਕਾਲ, ਬਹੁਤ ਸਵਾਗਤ ਹੈ। ਤੁਸੀਂ ਦੇਖ ਰਹੇ ਹੋ ਡੇ ਟੂ ਡੇ ਨਿਊਜ਼ ਇੰਡੀਆ। ਮੈਂ ਤੁਹਾਡੇ ਨਾਲ ਦਿਵਾਂਸ਼ੂ। ਅੱਜ ਦੀ ਇਸ ਵੱਡੀ ਖਬਰ ਦੇ ਵਿੱਚ ਗੱਲ ਇੱਕ ਦਰਦਨਾਕ ਹਵਾਈ ਹਾਦਸੇ ਦੀ, ਜਿਸ ਨੇ ਪੂਰੀ ਦੁਨੀਆ ਨੂੰ ਹਿਲਾ ਕੇ ਰੱਖ ਦਿੱਤਾ ਹੈ। ਦੱਖਣੀ ਅਮਰੀਕੀ ਦੇਸ਼ ਕੋਲੰਬੀਆ ਦੇ ਵਿੱਚ ਹਵਾਈ ਫੌਜ ਦਾ ਇੱਕ ਸੈਨਿਕ ਜਹਾਜ਼ ਕ੍ਰੈਸ਼ ਹੋ ਗਿਆ ਹੈ। ਇਸ ਹਾਦਸੇ ਦੇ ਵਿੱਚ ਹੁਣ ਤੱਕ 66 ਲੋਕਾਂ ਦੀ ਮੌਤ ਦੀ ਪੁਸ਼ਟੀ ਹੋ ਚੁੱਕੀ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਜਹਾਜ਼ ਦੇ ਵਿੱਚ 114 ਕੋਲੰਬੀਆਈ ਸੈਨਿਕ ਅਤੇ 11 ਕਰੂ ਮੈਂਬਰ ਸਵਾਰ ਸਨ। ਹਾਦਸਾ ਟੇਕ ਆਫ ਦੇ ਕੁਝ ਹੀ ਸਮੇਂ ਬਾਅਦ ਵਾਪਰਿਆ ਜਦੋਂ ਜਹਾਜ਼ ਲਗਭਗ 1.5 ਕਿਲੋਮੀਟਰ ਦੀ ਦੂਰੀ ਤੇ ਜਾ ਕੇ ਕ੍ਰੈਸ਼ ਹੋ ਗਿਆ। ਇਹ ਹਾਦਸਾ ਇੰਨਾ ਭਿਆਨਕ ਸੀ ਕਿ ਜਹਾਜ਼ ਦੇ ਡਿੱਗਣ ਤੇ ਹੀ ਇਸ ਦੇ ਵਿੱਚ ਅੱਗ ਲੱਗ ਗਈ ਅਤੇ ਆਲੇ ਦੁਆਲੇ ਦੇ ਇਲਾਕੇ ਦੇ ਵਿੱਚ ਧੂਏ ਦੇ ਨਾਲ ਇੱਕ ਗੁਬਾਰ ਫੈਲ ਗਿਆ। ਹਾਦਸੇ ਦੇ ਤੁਰੰਤ ਬਾਅਦ ਰਾਹਤ ਅਤੇ ਬਚਾਅ ਕਾਰਜ ਸ਼ੁਰੂ ਕੀਤਾ ਗਿਆ, ਪਰ ਉਦੋਂ ਤੱਕ ਕਾਫੀ ਜ਼ਿਆਦਾ ਦੇਰ ਹੋ ਚੁੱਕੀ ਸੀ। ਹੁਣ ਇਸ ਪੂਰੇ ਹਾਦਸੇ ਨੂੰ ਲੈ ਕੇ ਕੋਲੰਬੀਆ ਦੀ ਸਰਕਾਰ ਅਤੇ ਫੌਜ ਦੋਵੇਂ ਗੰਭੀਰ ਚਿੰਤਾ ਦੇ ਵਿੱਚ ਹਨ। ਕੋਲੰਬੀਆ ਦੇ ਰਾਸ਼ਟਰਪਤੀ ਗੁਸਤਾਵੋ ਪੈਟਰੋ ਨੇ ਇਸ ਹਾਦਸੇ ਤੇ ਡੂੰਘਾ ਦੁੱਖ ਪ੍ਰਗਟਾਇਆ ਹੈ। ਉਹਨਾਂ ਕਿਹਾ ਹੈ ਕਿ ਇਹ ਬਹੁਤ ਹੀ ਜ਼ਿਆਦਾ ਗੰਭੀਰ ਘਟਨਾ ਹੋਈ ਹੈ ਤੇ ਅਜਿਹੀ ਦੁਰਘਟਨਾਵਾਂ ਨਹੀਂ ਹੋਣੀਆਂ ਚਾਹੀਦੀਆਂ ਹਨ। ਰਾਸ਼ਟਰਪਤੀ ਨੇ ਸਾਫ਼ ਕਿਹਾ ਹੈ ਕਿ ਜਵਾਨਾਂ ਦੀ ਸੁਰੱਖਿਆ ਸਰਕਾਰ ਦੀ ਸਭ ਤੋਂ ਵੱਡੀ ਜ਼ਿੰਮੇਵਾਰੀ ਹੁੰਦੀ ਹੈ ਅਤੇ ਇਸ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਲਾਪਰਵਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਹਨਾਂ ਨੇ ਇਹ ਵੀ ਕਿਹਾ ਕਿ ਸਰਕਾਰ ਪਹਿਲਾਂ ਹੀ ਫੌਜ ਨੂੰ ਆਧੁਨਿਕ ਬਣਾਉਣ ਦੇ ਲਈ ਕੰਮ ਕਰ ਰਿਹਾ ਹੈ, ਪਰ ਪ੍ਰਸ਼ਾਸਨਿਕ ਦੇਰੀ ਦੇ ਕਾਰਨ ਕਈ ਯੋਜਨਾਵਾਂ ਲਾਗੂ ਨਹੀਂ ਹੋ ਸਕੀਆਂ। ਰਾਸ਼ਟਰਪਤੀ ਪੈਟਰੋ ਨੇ ਚੇਤਾਵਨੀ ਦਿੱਤੀ ਹੈ ਕਿ ਅਜਿਹੇ ਜਿਹੜੇ ਹਾਦਸੇ ਹੁੰਦੇ ਨੇ ਇਹਨਾਂ ਦੇ ਉੱਤੇ ਧਿਆਨ ਦੇਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਅਤੇ ਨਾਲ ਕਿਹਾ ਹੈ ਕਿ ਜੇ ਅਧਿਕਾਰੀ ਆਪਣੀ ਜ਼ਿੰਮੇਵਾਰੀ ਠੀਕ ਤਰੀਕੇ ਦੇ ਨਾਲ ਨਹੀਂ ਨਿਭਾਉਣਗੇ ਤਾਂ ਉਹਨਾਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ। ਉਹਨਾਂ ਫੌਜ ਦੇ ਲਈ ਨਵੇਂ ਹੈਲੀਕਾਪਟਰ, ਆਧੁਨਿਕ ਟਰਾਂਸਪੋਰਟ ਜਹਾਜ਼ ਅਤੇ ਐਂਟੀ ਡਰੋਨ ਸਿਸਟਮ ਖਰੀਦਣ ਦੀ ਗੱਲ ਵੀ ਕਹੀ ਗਈ ਹੈ। ਹੁਣ ਗੱਲ ਕਰਦੇ ਹਾਂ ਹਾਦਸੇ ਤੋਂ ਬਾਅਦ ਦੀ ਹਾਲਾਤ ਦੀ। ਜਿਵੇਂ ਹੀ ਜਹਾਜ਼ ਕ੍ਰੈਸ਼ ਹੋਇਆ, ਨੇੜਲੇ ਪਿੰਡਾਂ ਤੋਂ ਲੋਕ ਭੱਜ ਕੇ ਮੌਕੇ ਤੇ ਪਹੁੰਚੇ। ਸਥਾਨਕ ਲੋਕਾਂ ਨੇ ਬਿਨਾਂ ਕਿਸੇ ਦੇਰੀ ਦੇ ਜ਼ਖਮੀਆਂ ਨੂੰ ਬਚਾਉਣ ਦਾ ਕੰਮ ਸ਼ੁਰੂ ਕਰ ਦਿੱਤਾ। ਕਈ ਲੋਕਾਂ ਨੂੰ ਮੋਟਰਸਾਈਕਲ ਰਾਹੀਂ ਹਸਪਤਾਲ ਪਹੁੰਚਾਇਆ ਗਿਆ। ਜ਼ਖਮੀਆਂ ਨੂੰ ਪਹਿਲਾਂ ਨੇੜਲੇ ਇੱਕ ਛੋਟੇ ਕਲੀਨਿਕਾਂ ਦੇ ਵਿੱਚ ਦਾਖਲ ਕਰਵਾਇਆ ਗਿਆ, ਜਿੱਥੇ ਉਹਨਾਂ ਦੀ ਪਹਿਲੀ ਮਦਦ ਕੀਤੀ ਗਈ, ਯਾਨੀ ਕਿ ਫਰਸਟ ਏਡ ਦਿੱਤੀ ਗਈ। ਇਸ ਤੋਂ ਬਾਅਦ ਗੰਭੀਰ ਜ਼ਖਮੀਆਂ ਨੂੰ ਵੱਡੇ ਸ਼ਹਿਰ, ਖਾਸ ਕਰਕੇ ਰਾਜਧਾਨੀ ਬੋਗੋਟਾ ਦੇ ਹਸਪਤਾਲਾਂ ਦੇ ਵਿੱਚ 에ਅਰਲਿਫਟ ਕਰਕੇ ਪਹੁੰਚਾਇਆ ਗਿਆ। ਰੱਖਿਆ ਮੰਤਰੀ ਪੈਦਰੋ ਮਾਂਚੇਜ਼ ਨੇ ਇਸ ਹਾਦਸੇ ਬਾਰੇ ਮਹੱਤਵਪੂਰਨ ਜਾਣਕਾਰੀ ਦਿੱਤੀ ਹੈ। ਉਹਨਾਂ ਕਿਹਾ ਕਿ ਫਿਲਹਾਲ ਕਿਸੇ ਵੀ ਤਰ੍ਹਾਂ ਦੇ ਆਤੰਕੀ ਹਮਲੇ ਜਾਂ ਫਿਰ ਸਾਜ਼ਿਸ਼ ਦੀ ਇਸ ਦੇ ਵਿੱਚ ਕੋਈ ਵੀ ਸਬੂਤ ਨਹੀਂ ਮਿਲੇ ਹਨ, ਯਾਨੀ ਸ਼ੁਰੂਆਤੀ ਜਾਂਚ ਦੇ ਵਿੱਚ ਇਸ ਨੂੰ ਇੱਕ ਵੱਡਾ ਹਾਦਸਾ ਹੀ ਮੰਨਿਆ ਜਾ ਰਿਹਾ ਹੈ। ਹਾਲਾਂਕਿ ਜਾਂਚ ਏਜੰਸੀਆਂ ਹਰ ਪੱਖ ਤੋਂ ਇਸ ਮਾਮਲੇ ਦੀ ਜਾਂਚ ਕਰ ਰਹੀਆਂ ਹਨ। ਰੱਖਿਆ ਮੰਤਰੀ ਨੇ ਇਹ ਵੀ ਦੱਸਿਆ ਕਿ ਹਾਦਸੇ ਤੋਂ ਬਾਅਦ ਜਹਾਜ਼ ਦੇ ਵਿੱਚ ਅੱਗ ਲੱਗ ਗਈ ਸੀ ਅਤੇ ਇਸ ਦੇ ਵਿੱਚ ਮੌਜੂਦ ਜਿਹੜੇ ਗੋਲਾ ਬਾਰੂਦ ਰੱਖਿਆ ਸੀ ਉਹ ਸਾਰਾ ਜੜਨ ਲੱਗ ਗਿਆ, ਫਟਣ ਲੱਗ ਗਿਆ। ਇਸ ਕਰਕੇ ਬਚਾਅ ਕਾਰਜ ਹੋਰ ਵੀ ਜ਼ਿਆਦਾ ਮੁਸ਼ਕਲ ਅਤੇ ਖਤਰਨਾਕ ਹੋ ਗਿਆ ਸੀ। ਹੁਣ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਆਖਿਰ ਇਹ ਹਾਦਸਾ ਹੋਇਆ ਕਿਵੇਂ। ਇੱਕ ਐਵੀਏਸ਼ਨ ਐਕਸਪਰਟ ਦੇ ਮੁਤਾਬਕ ਇਹ ਜਹਾਜ਼ ਸਾਲ 2020 ਦੇ ਵਿੱਚ ਅਮਰੀਕਾ ਵੱਲੋਂ ਕੋਲੰਬੀਆ ਨੂੰ ਦਿੱਤਾ ਗਿਆ ਸੀ। ਕੁਝ ਸਾਲ ਪਹਿਲਾਂ ਹੀ ਇਸ ਦਾ ਪੂਰਾ ਇੱਕ ਟੈਸਟ ਹੋਇਆ ਸੀ, ਯਾਨੀ ਕਿ ਮੁਰੰਮਤ ਕੰਮ ਇਹਦਾ ਕੀਤਾ ਗਿਆ ਸੀ ਤੇ ਓਵਰਵਿਊ ਇਸ ਜਹਾਜ਼ ਦਾ ਲਿੱਤਾ ਗਿਆ ਸੀ, ਜਿਹਦੇ ਵਿੱਚ ਇਹ ਪੋਜ਼ਿਟਿਵ ਹੀ ਪਾਇਆ ਗਿਆ ਸੀ, ਯਾਨੀ ਕਿ ਜਹਾਜ਼ ਇਸਤੇਮਾਲ ਕੀਤਾ ਜਾ ਸਕਦਾ ਸੀ। ਇਸ ਲਈ ਸ਼ੁਰੂਆਤੀ ਦੌਰ ਤੇ ਹੀ ਇਹ ਕਹਿਣਾ ਮੁਸ਼ਕਿਲ ਹੈ ਕਿ ਹਾਦਸਾ ਤਕਨੀਕੀ ਖਰਾਬੀ ਦੇ ਨਾਲ ਵਾਪਰਿਆ ਹੈ। ਹੁਣ ਜਾਂਚ ਦੇ ਵਿੱਚ ਪਤਾ ਲਗਾਇਆ ਜਾ ਰਿਹਾ ਹੈ ਕਿ ਟੇਕ ਆਫ ਤੋਂ ਤੁਰੰਤ ਬਾਅਦ ਇੰਜਨ ਦੇ ਵਿੱਚ ਕੀ ਖਰਾਬੀ ਆਈ ਸੀ। ਕੀ ਇੰਜਨ ਫੇਲ ਹੋਇਆ ਸੀ ਜਾਂ ਫਿਰ ਕੋਈ ਹੋਰ ਤਕਨੀਕੀ ਇਹਦੇ ਵਿੱਚ ਖਰਾਬੀ ਆਈ ਸੀ, ਜਾਂ ਫਿਰ ਕਿਆ ਕੁਝ ਤਕਨੀਕੀ ਕਾਰਨ ਵੀ ਇਹਦੇ ਵਿੱਚ ਸਾਹਮਣੇ ਆਇਆ। ਇਹ ਸਭ ਜਾਂਚ ਤੋਂ ਬਾਅਦ ਹੀ ਸਾਹਮਣੇ ਆਏਗਾ। ਹੁਣ ਤੁਹਾਨੂੰ ਇਸ ਜਹਾਜ਼ ਦੇ ਬਾਰੇ ਜਾਣਕਾਰੀ ਦੇ ਦਿੰਦੇ ਆ। ਇਹ ਜਹਾਜ਼ C-130 ਹਰਕਿਊਲਿਸ ਸੀ, ਜੋ ਦੁਨੀਆ ਦਾ ਸਭ ਤੋਂ ਕਹਿ ਸਕਦੇ ਆ ਵੀ ਸੈਨਿਕਾਂ ਦੇ ਵਿੱਚ ਭਰੋਸੇਮੰਦ ਇੱਕ ਟਰਾਂਸਪੋਰਟ ਜਹਾਜ਼ਾਂ ਦੇ ਵਿੱਚੋਂ ਇੱਕ ਮੰਨਿਆ ਜਾਂਦਾ ਹੈ। ਇਸ ਦਾ ਇਸਤੇਮਾਲ ਸੈਨਿਕਾਂ, ਹਥਿਆਰਾਂ ਅਤੇ ਰਾਹਤ ਸਮੱਗਰੀ ਨੂੰ ਇੱਕ ਥਾਂ ਤੋਂ ਦੂਜੇ ਥਾਂ ਤੱਕ ਪਹੁੰਚਾਉਣ ਦੇ ਲਈ ਕੀਤਾ ਜਾਂਦਾ ਹੈ। C-130 ਹਰਕਿਊਲਿਸ ਦੀ ਖਾਸ ਗੱਲ ਇਹ ਹੈ ਕਿ ਇਹ ਮੁਸ਼ਕਲ ਅਤੇ ਕੱਚੇ ਰਨਵੇ ਤੇ ਵੀ ਬਹੁਤ ਹੀ ਜ਼ਿਆਦਾ ਆਸਾਨੀ ਦੇ ਨਾਲ ਲੈਂਡ ਕਰ ਸਕਦਾ ਹੈ। ਇਹ ਭਾਰੀ ਤੋਂ ਭਾਰੀ ਸਮਾਨ, ਹੈਲੀਕਾਪਟਰ ਅਤੇ ਹੋਰ ਕਈ ਸਾਰੇ ਵੱਡੇ ਤੇ ਭਾਰੀ ਵਾਹਨਾਂ ਨੂੰ ਵੀ ਲਿਜਾਣ ਦੇ ਵਿੱਚ ਸਮਰਥਾ ਰੱਖਦਾ ਹੈ। ਇੰਨਾ ਹੀ ਨਹੀਂ, ਇਹ ਜਹਾਜ਼ ਇਸਤੇਮਾਲ ਕੀਤਾ ਜਾਂਦਾ ਹੈ ਮੈਡੀਕਲ ਐਮਰਜੈਂਸੀਜ਼ ਦੇ ਤੌਰ ਤੇ ਵੀ, ਕੁਦਰਤੀ ਆਫਤ ਰਾਹਤ ਦੇ ਬਚਾਅ ਕਾਰਜ ਦੇ ਵਿੱਚ ਵੀ ਕੀਤਾ ਜਾਂਦਾ ਹੈ। ਅੱਗ ਬੁਝਾਉਣ ਅਤੇ ਮੌਸਮ ਸੰਬੰਧੀ ਜਾਣਕਾਰੀ ਇਕੱਠੀ ਕਰਨ ਲਈ ਵੀ ਇਹ ਜਹਾਜ਼ ਇਸਤੇਮਾਲ ਕੀਤਾ ਜਾਂਦਾ ਹੈ। ਇਹ ਜਹਾਜ਼ ਇੱਕ ਵਾਰ ਦੇ ਵਿੱਚ ਲਗਭਗ 40 ਤੋਂ 42 ਹਜ਼ਾਰ ਪਾਉਂਡ, ਯਾਨੀ ਕਿ ਕਰੀਬ 19,000 ਕਿਲੋਗ੍ਰਾਮ ਤੱਕ ਭਾਰ ਉਹ 에ਅਰ ਡ੍ਰੌਪ ਕਰ ਸਕਦਾ ਹੈ। ਯਾਨੀ ਇਸ ਦੇ ਵਿੱਚ ਇੰਨੀ ਜ਼ਿਆਦਾ क्षमता ਹੈ ਕਿ ਇਹ ਮਲਟੀ ਰੋਲ ਅਤੇ ਬਹੁਤ ਹੀ ਜ਼ਿਆਦਾ ਮਜ਼ਬੂਤ ਸੈਨਿਕ ਜਹਾਜ਼ ਦੇ ਵਜੋਂ ਮੰਨਿਆ ਜਾ ਸਕਦਾ ਹੈ। ਪਰ ਇੰਨਾ ਭਰੋਸੇਮੰਦ ਜਹਾਜ਼ ਹੋਣ ਦੇ ਬਾਵਜੂਦ ਇਹ ਹਾਦਸਾ ਕਈ ਵੱਡੇ ਸਵਾਲ ਖੜੇ ਕਰ ਦਿੰਦਾ ਹੈ।
ਕਿ ਇਹ ਸਿਰਫ ਇੱਕ ਤਕਨੀਕੀ ਖਰਾਬੀ ਦੇ ਕਾਰਨ ਹਾਦਸਾ ਵਾਪਰਿਆ ਹੈ ਜਾਂ ਕਿਤੇ ਨਾ ਕਿਤੇ ਸਿਸਟਮ ਦੇ ਵਿੱਚ ਕੋਈ ਕਮੀ ਇਹਦੇ ਵਿੱਚ ਰਹਿ ਗਈ ਸੀ। ਇਹਨਾਂ ਸਾਰੇ ਸਵਾਲਾਂ ਦੇ ਜਵਾਬ ਹੁਣ ਜਾਂਚ ਪੂਰੀ ਹੋਣ ਤੋਂ ਬਾਅਦ ਹੀ ਮਿਲਣਗੇ। ਫਿਲਹਾਲ ਪੂਰਾ ਦੇਸ਼ ਸੋਗ ਦੇ ਵਿੱਚ ਹੈ ਅਤੇ ਹਾਦਸੇ ਦੇ ਵਿੱਚ ਜਾਨ ਗਵਾਉਣ ਵਾਲੇ ਜਵਾਨਾਂ ਨੂੰ ਸ਼ਰਧਾਂਜਲੀ ਦਿੱਤੀ ਜਾ ਰਹੀ ਹੈ। ਸਰਕਾਰ ਨੇ ਇਸ ਹਾਦਸੇ ਦੀ ਉੱਚ ਪੱਧਰੀ ਜਾਂਚ ਦੇ ਹੁਕਮ ਜਾਰੀ ਕਰ ਦਿੱਤੇ ਹਨ। ਆਉਣ ਵਾਲੇ ਦਿਨਾਂ ਦੇ ਵਿੱਚ ਇਸ ਹਾਦਸੇ ਦੇ ਨਾਲ ਜੁੜੀਆਂ ਹੋਰ ਵੀ ਵੱਡੀਆਂ ਜਾਣਕਾਰੀਆਂ ਸਾਹਮਣੇ ਆ ਸਕਦੀਆਂ ਹਨ। ਫਿਲਹਾਲ ਦੇ ਲਈ ਇਸ ਰਿਪੋਰਟ ਦੇ ਵਿੱਚ ਇੰਨਾ ਹੀ। ਤੁਹਾਡੇ ਮਨ ਦੇ ਵਿੱਚ ਜਾਂ ਫਿਰ ਤੁਹਾਡੀ ਕੋਈ ਵੀ ਰਾਏ ਹੋਵੇ ਸਾਨੂੰ ਕਮੈਂਟ ਸੈਕਸ਼ਨ ਦੇ ਵਿੱਚ ਤੁਸੀਂ ਜ਼ਰੂਰ ਦੱਸ ਸਕਦੇ ਹੋ। मेरी प्रॉपर्टी टिल पोजेशन तक बिकी नहीं, पर मैंने अपना हौसला नहीं छोड़ा कि नहीं कोई बात नहीं, बना के बेचेंगे, पोजेशन देके बेचेंगे, कोई दिक्कत नहीं है। उसने अपनी प्रॉपर्टी फर्स्ट डे बेच दी सारी, फर्स्ट डे। अब ये देखो 1 करोड़ की प्रॉपर्टी को 4 करोड़ में बेची है 4 टाइम में, बट अल्टीमेटली फिर भी उसको लॉस हुआ। वो कैसे? वो डिलीवरी नहीं दे पाएगा, कैसे दे पाएगा? 4 लाख रुपए वो डिवर्जन ऑफ फंड्स फिर कहीं ना कहीं लगाएगा, वाह वो प्रोजेक्ट चलेगा नहीं चलेगा पता नहीं क्या होगा डेफिनेटली। तो उसमें लोटी भी परेशान होगा। लोटी को जो 4 करोड़ का प्रोडक्ट लिया वो उसका 50 लाख का भी नहीं बिकेगा क्योंकि प्रोजेक्ट पूरा ही नहीं हुआ। ਡੇ ਟੂ ਡੇ ਨਿਊਜ਼ ਇੰਡੀਆ ਤੁਹਾਡੇ ਨਾਲ ਹਮੇਸ਼ਾ ਵਾਅਦਾ ਕਰਦਾ ਨਿਰਪੱਖਤਾ ਤੇ ਸਰੀਕਤਾ ਦੇ ਨਾਲ ਤੁਹਾਡੇ ਤੱਕ ਹਰ ਇੱਕ ਖਬਰ ਇਨਫੋਰਮੇਸ਼ਨ ਤੇ ਅਪਡੇਟ ਇਸੇ ਤਰੀਕੇ ਨਾਲ ਪਹੁੰਚਾਉਂਦਾ ਰਹੇਗਾ। ਸਾਰੇ ਚੈਨਲ ਦਾ ਕੋਈ ਵੀ ਪੱਤਰਕਾਰ ਨਾ ਕਿਸੇ ਤੋਂ ਕੋਈ ਤੋਹਫਾ ਲਵੇਗਾ ਨਾ ਇਸ਼ਤਿਹਾਰ, ਨਾ ਹੀ ਕਰੇਗਾ ਕਿਸੇ ਨੂੰ ਬਲੈਕਮੇਲ। ਤੇ ਅਸੀਂ ਹਮੇਸ਼ਾ ਕੋਸ਼ਿਸ਼ ਕਰਾਂਗੇ ਕਿ ਅਸੀਂ ਦਬੇ ਕੁਚਲੇ ਲੋਕਾਂ ਦੀ ਆਵਾਜ਼ ਬਣੀਏ ਤੇ ਜੋ ਕਿਸੇ ਵੀ ਵਿਅਕਤੀ ਦੀ ਖਬਰ ਨਾ ਚਲਾਈਏ ਜੋ ਕਿ ਭੋਲੇ ਭਾਲੇ ਲੋਕਾਂ ਨੂੰ ਠੱਗਦਾ ਹੋਵੇ। ਇਸ ਦੇ ਨਾਲ ਸਾਰੇ ਚੈਨਲ ਦਾ ਮਕਸਦ ਹੋਵੇਗਾ ਲੋਕਤੰਤਰ ਦੇ ਚੌਥੇ ਥੰਮ ਨੂੰ ਲੋਕਾਂ ਦੀਆਂ ਨਜ਼ਰਾਂ ਦੇ ਸਾਹਮਣੇ ਮੁੜ ਤੋਂ ਮਜ਼ਬੂਤ ਕਰਨਾ। ਮੈਨੂੰ ਤਾਂ ਇਜਾਜ਼ਤ ਹੈ। ਸਾਨੂੰ ਹਰ ਕਿਸੇ ਸੋਸ਼ਲ ਮੀਡੀਆ ਪਲੇਟਫਾਰਮ ਤੇ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰਨਾ ਬਿਲਕੁਲ ਵੀ ਨਾ ਭੁੱਲਿਓ।